ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ ਜੀ। ਔਰ ਹਮੇਸ਼ਾ ਦੀ ਤਰ੍ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਇੱਕ ਬਹੁਤ ਹੀ ਅਹਿਮ ਜਾਣਕਾਰੀ ਅਸੀਂ ਸਾਂਝੀ ਕਰਨ ਜਾ ਰਹੇ ਹਾਂ। ਔਰ ਇਹ ਜਾਣਕਾਰੀ ਕੀ ਹੈ, ਵੈਸੇ ਤੁਸੀਂ ਪਿਛੋਕੜ 'ਚ ਮੇਰੇ ਬੈਕਗਰਾਊਂਡ 'ਚ ਕੁਛ ਨਾ ਕੁਛ ਜ਼ਰੂਰ ਅੰਦਾਜ਼ੇ ਲਗਾ ਲਏ ਹੋਣਗੇ। ਇਹ ਜਾਣਕਾਰੀ ਜਿਹੜੀ ਹੈ ਜੀ ਉਹ ਸਾਂਝੀ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਸਾਡੇ ਦੋ ਖਾਸ ਮਹਿਮਾਨ ਆਏ ਹਨ। ਔਰ ਇਹ ਮਹਿਮਾਨਾਂ ਦੇ ਨਾਲ ਜਿਹੜਾ ਮੈਂ ਜਿੱਥੇ ਤੁਹਾਡਾ ਤਾਰਫ ਕਰਾਉਣਾ ਹੈ ਉਸ ਦੇ ਨਾਲ ਮੈਂ ਤੁਹਾਨੂੰ ਦੱਸ ਦਿਆਂ ਕਿ ਪੰਜਾਬੀ ਭਾਈਚਾਰੇ ਵੱਲੋਂ ਔਰ ਖਾਸ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਜੇਕਰ ਸਿੱਖਾਂ ਦੀ ਗੱਲ ਕਰੀਏ ਤਾਂ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਨਾਲ ਸੰਬੰਧਿਤ ਇੱਕ ਫਾਊਂਡੇਸ਼ਨ ਹੈ, ਇੱਕ ਸੰਸਥਾ ਹੈ ਜਿਹੜੀ ਕਿ ਪਿਛਲੇ 25 ਸਾਲਾਂ ਤੋਂ ਕੈਨੇਡਾ ਦੇ ਟੋਰਾਂਟੋ ਦੇ ਇਲਾਕੇ ਦੇ ਵਿੱਚ ਸੇਵਾਵਾਂ ਦੇ ਰਹੀ ਹੈ। ਕਮਿਊਨਿਟੀ ਸਰਵਿਸਿਜ਼ ਦੇ ਵਿੱਚ ਉਹ ਜਿਹੜੀ ਸੰਸਥਾ ਲੱਗੀ ਹੋਈ ਹੈ ਔਰ ਉਹ ਸੰਸਥਾ ਦੀਆਂ ਐਕਟੀਵਿਟੀਜ਼ ਔਰ ਉਸ ਸੰਸਥਾ ਵੱਲੋਂ ਕੀਤੇ ਜਾਂਦੇ ਜਿਹੜੇ ਕੰਮ ਨੇ ਜੀ ਉਹ ਗੱਲਬਾਤ ਕਰਨ ਦੇ ਲਈ ਮੈਂ ਹੁਣ ਤੁਹਾਡੀ ਜਾਣ ਪਹਿਚਾਣ ਕਰਵਾਉਂਦਾ ਹਾਂ ਸਾਡੇ ਅੱਜ ਦੇ ਖਾਸ ਦੋ ਮਹਿਮਾਨਾਂ ਦੇ ਨਾਲ, ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਹਸਤਾਖਰ ਹਨ। ਭਾਈਚਾਰੇ ਦੇ ਵਿੱਚ ਬੜੀਆਂ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਹਨ, ਭਾਵੇਂ ਉਹ ਸਾਹਿਤ ਦਾ ਖੇਤਰ ਹੋਵੇ, ਸਮਾਜ ਸੇਵਾ ਦਾ ਖੇਤਰ ਹੋਵੇ ਔਰ ਈਵਨ ਇੱਥੋਂ ਤੱਕ ਕਿ ਜਿਹੜੇ ਹੋਰ ਸੁਸਾਇਟੀ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਕੰਮ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਨਾਮ ਜਿਹੜਾ ਹੈ ਜੀ ਉਹ ਆਉਂਦਾ ਹੈ। ਤੇ ਆਓ ਆਪਾਂ ਹੁਣ ਮਿਲਦੇ ਹਾਂ ਅੱਜ ਦੇ ਖਾਸ ਮਹਿਮਾਨਾਂ ਨੂੰ। ਸਭ ਤੋਂ ਪਹਿਲਾਂ ਸਰਦਾਰ ਅਜੈਬ ਸਿੰਘ ਸੰਘਾ ਸਾਹਿਬ, ਤੁਹਾਡਾ ਨਿੱਘਾ ਸਵਾਗਤ। ਤੁਸੀਂ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਪਰ ਹੈਲੋ ਕੈਨੇਡਾ ਦੇ ਵਿੱਚ ਇੱਕ ਵਾਰੀ ਫੇਰ ਤੁਹਾਨੂੰ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਨਾਗਰਾ ਸਾਹਿਬ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ ਰੱਖੇ। ਗੁਰੂ ਨਾਨਕ ਪਾਤਸ਼ਾਹ ਦੇ ਨਾਂ ਥੱਲੇ ਜਿਹੜਾ ਆਪਾਂ ਰਲ ਕੇ ਸਾਰੇ ਜਿਹੜੇ ਪ੍ਰੋਗਰਾਮ ਕਰਦੇ ਹਾਂ ਉਹਦੇ 'ਚ ਪਰਮਾਤਮਾ ਹਰ ਵਾਰੀ ਦੀ ਤਰ੍ਹਾਂ ਤੁਹਾਨੂੰ ਇਸ ਵਾਰੀ ਵੀ ਪੂਰੀ ਸਫਲਤਾ ਮਿਲੇ। ਬਿਲਕੁਲ। ਔਰ ਇਸ ਦੇ ਨਾਲ ਡਾਕਟਰ ਕੁਲਦੀਪ ਕੌਰ ਚੁੰਨ ਮੇਰੇ ਨਾਲ ਹਨ ਸਾਡੇ ਸਟੂਡੀਓ ਦੇ ਵਿੱਚ। ਸੋ ਤੁਹਾਡਾ ਵੀ ਮੈਮ ਬਹੁਤ ਬਹੁਤ ਧੰਨਵਾਦ ਆਉਣ ਦੇ ਲਈ ਅਤੇ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਥੈਂਕ ਯੂ ਸੋ ਮਚ ਮੇਜਰ ਨਾਗਰਾ ਐਂਡ ਦਾ ਟੀਮ ਜਿਨ੍ਹਾਂ ਨੇ ਮੈਨੂੰ ਇੱਥੇ ਸੱਦਿਆ ਹੈਗਾ ਸਟੂਡੀਓ ਤੇ ਅਸੀਂ ਅੱਜ ਜਿੱਦਾਂ ਗੱਲ ਕਰਨੀ ਹੈਗੀ ਆ ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫਾਊਂਡੇਸ਼ਨ ਆਫ ਇੰਡੀਆ ਆਫ ਕੈਨੇਡਾ। ਠੀਕ ਹੈ ਜੀ। ਅੱਗੇ ਆਪਾਂ ਜੋ ਇਨਵੀਟੇਸ਼ਨ ਬਿਲਕੁਲ ਜੀ ਦੇਣਾ ਹੈਗਾ ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ, ਗੱਲ ਕਰਾਂਗੇ। ਬਹੁਤ ਅੱਛੇ। ਸੋ ਸੱਦਾ ਪੱਤਰ ਹੈ ਸਾਡੇ ਬੈਕਗਰਾਊਂਡ ਦੇ ਵਿੱਚ ਵੀ ਇਨਵੀਟੇਸ਼ਨ ਹੈਗਾ, ਤੁਸੀਂ ਵੇਖ ਹੀ ਰਹੇ ਹੋ। ਸੋ ਸਭ ਤੋਂ ਪਹਿਲਾਂ ਤਾਂ ਸੰਘਾ ਸਾਹਿਬ ਇਹ ਦੱਸੋ ਕਿ ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫਾਊਂਡੇਸ਼ਨ ਆਫ ਕੈਨੇਡਾ ਜਿਹੜੀ ਹੈ ਇਹ ਹੋਂਦ ਦੇ ਵਿੱਚ ਆਇਆ ਤਾਂ 25 ਸਾਲ ਦਾ ਸਮਾਂ ਹੋ ਗਿਆ, ਤਾਂ ਇਹ ਕੀ ਹੈ ਸੰਸਥਾ, ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ। ਨਾਗਰਾ ਸਾਹਿਬ ਤੁਸੀਂ ਤੇ ਫਾਊਂਡਰ ਮੈਂਬਰਾਂ ਦੇ ਵਿੱਚ ਜੀ ਬਿਲਕੁਲ, ਆਪਾਂ ਸਾਰੇ ਚੇਅਰਮੈਨ ਚਲਾ ਰਹੇ ਹੋ ਜੀ। ਗੁਰੂ ਨਾਨਕ ਕਮਿਊਨਿਟੀ ਸਰਵਿਸ ਫਾਊਂਡੇਸ਼ਨ ਜਿਹੜੀ ਹੈਗੀ ਆ ਇਹ ਆਪਣੇ ਤੌਰ ਤੇ ਦੋ ਨਿਵੇਕਲੇ ਪ੍ਰੋਗਰਾਮ ਕਰਦੀ ਹੈ ਜੀ। ਇੱਕ ਪ੍ਰੋਗਰਾਮ ਜਿਹੜਾ ਆਪਾਂ ਹੁਣ ਕਰਨ ਜਾ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਥੱਲੇ ਗੁਰੂ ਨਾਨਕ ਕਾਰ ਰੈਲੀ, ਇਹਦੇ ਵਿੱਚ ਅਸੀਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਹਾਂ ਅਤੇ ਜਾਣਕਾਰੀ ਵਿੱਚ ਵਾਧਾ ਕਰਦੇ ਹਾਂ ਕਿ ਟ੍ਰੈਫਿਕ ਦੇ ਸਿਸਟਮ ਵਿੱਚ ਔਰ ਤੁਸੀਂ ਪਾਰਟੀਸਪੇਟ ਕਰਕੇ ਕੁਛ ਨਾ ਕੁਛ ਜਾਣਕਾਰੀ ਹਾਸਲ ਕਰਦੇ ਹਾਂ। ਬਿਲਕੁਲ ਜੀ। ਅਤੇ ਦੂਸਰਾ ਪ੍ਰੋਗਰਾਮ ਆਪਣਾ ਜਿਹੜਾ ਹੈ ਨਿਵੇਕਲਾ ਗੁਰਦੁਆਰਿਆਂ ਵਿੱਚ ਕੀਰਤਨ ਦਰਬਾਰ ਹੁੰਦੇ ਹੈਗੇ, ਸਭ ਕੁਛ ਹੁੰਦਾ ਹੈਗਾ, ਬੱਚਿਆਂ ਨੂੰ ਸਿਖਾਉਂਦੇ ਆ ਜੀ। ਇਹਦੇ ਵਿੱਚ ਆਪਾਂ ਬੱਚਿਆਂ ਦਾ ਕੀਰਤਨ ਦਰਬਾਰ ਨਹੀਂ, ਕੀਰਤਨ ਕੰਪੀਟੀਸ਼ਨ ਕਰਾਉਂਦੇ ਆ ਤਾਂ ਕਿ ਬੱਚਿਆਂ ਦੇ ਵਿੱਚ ਇਸ ਯੋਗਤਾ ਵਿੱਚ ਵਾਧਾ ਹੋ ਸਕੇ, ਬੱਚੇ ਉਤਸ਼ਾਹਿਤ ਹੋ ਕੇ ਜਿਹੜਾ ਹੈ ਗੁਰਬਾਣੀ ਦੇ ਨਾਲ ਜੁੜਨ। ਤੇ ਇਸ ਵਾਰੀ ਆਪਾਂ ਪਹਿਲਾਂ ਕੇਂਦਰਿਤ ਹੁੰਦੇ ਆ ਰੈਲੀ ਦੇ ਉੱਤੇ, ਇਹਦੇ ਬਾਰੇ ਤੁਸੀਂ ਥੋੜੀ ਜਾਣਕਾਰੀ ਦਿਓ। ਬਿਲਕੁਲ। ਸੋ ਗੁਰੂ ਨਾਨਕ ਕਾਰ ਰੈਲੀ ਦੇ ਪੋਸਟਰ ਦੇ ਉੱਤੇ ਮੈਂ ਲਿਖਿਆ ਦੇਖ ਰਿਹਾ ਡਾਕਟਰ ਚੁੰਨ ਕਿ ਪਿਕਨਿਕ ਵੀ ਲਿਖਿਆ ਹੈ, ਫੈਮਿਲੀ ਪਿਕਨਿਕ ਵੀ ਜਿਹੜਾ ਹੈ। ਤਾਂ ਇਹ ਦੱਸੋ ਕਿ ਉੱਥੇ ਕੀ ਹੋਏਗਾ ਪਿਕਨਿਕ ਦੇ ਵਿੱਚ, ਤਾਂ ਕਿ ਸਾਡੇ ਜਿਹੜੇ ਦਰਸ਼ਕ ਨੇ ਜਿਹੜੇ ਦੂਰ ਦਰੇਡਿਓਂ ਵੀ ਜਿਹੜੇ ਆਉਣਾ ਚਾਹਣ ਤੇ ਉਹ ਉੱਥੇ ਆਉਣ, ਤੇ ਕੀ ਐਕਟੀਵਿਟੀਜ਼ ਕੀ ਕਰਨ ਜਾ ਰਹੇ ਹੋ? ਅੱਛਾ ਮੇਜਰ ਨਾਗਰਾ ਜੀ, ਮੈਂ ਦੱਸਣਾ ਚਾਹੁੰਦੀ ਹਾਂ ਕਿ ਅਸੀਂ 25 ਸਾਲਾਂ ਤੋਂ ਇਹ ਜਿਹੜੀ ਰੈਲੀ ਪਲੱਸ ਫੈਮਿਲੀ ਪਿਕਨਿਕ ਕਰਵਾ ਰਹੇ ਹੈਗੇ ਹਾਂ। ਹਰ ਸਾਲ ਅਸੀਂ ਇਸੇ ਮਹੀਨੇ 'ਚ ਮੋਸਟਲੀ ਕਰਾਉਂਦੇ ਹਾਂ, ਸੈਪਟੈਂਬਰ 'ਚ, ਕਿਉਂਕਿ ਸੀਜ਼ਨ ਬਹੁਤ ਅੱਛਾ ਹੁੰਦਾ ਤੇ ਬੱਚਿਆਂ ਦੇ ਕੋਲ ਥੋੜਾ ਟਾਈਮ ਹੁੰਦਾ ਹੈਗਾ। ਫੈਮਿਲੀ ਪਿਕਨਿਕ ਹੈ, ਕਾਰ ਰੈਲੀ ਹੈ। ਕਾਰ ਰੈਲੀ ਦਾ ਮਤਲਬ ਜਿੱਦਾਂ ਅਸੀਂ ਕਾਰਾਂ ਆਪਣੀਆਂ ਚੱਲਦੀਆਂ ਹੈਗੀਆਂ, ਰਜਿਸਟ੍ਰੇਸ਼ਨ ਹੁੰਦੀ ਹੈ ਸਾਰੀ ਆਨਲਾਈਨ ਹੈਗਾ। ਉਹ ਆਪਣਾ ਜਿਹੜਾ ਹੈਗੀ ਹੈ ਵੈਬਸਾਈਟ www.gncsf.org ਉਸ 'ਤੇ ਰਜਿਸਟ੍ਰੇਸ਼ਨ ਹੁੰਦੀ ਹੈ। ਅਤੇ ਫੈਮਿਲੀ ਪਿਕਨਿਕ ਨਾਲ ਹੈ ਕਿ ਜਿਹੜਾ ਜਦੋਂ ਕਾਰਾਂ ਚਲੀਆਂ ਜਾਂਦੀਆਂ ਅਸੀਂ ਸੀ ਆਫ ਕਾਰ ਦਿੰਦੇ ਹਾਂ, ਕਾਰਾਂ ਨੂੰ ਫਲੈਗ ਆਫ ਕਾਰ ਦਿੰਦੇ ਹਾਂ, ਉਹਦੇ ਬਾਅਦ ਦਾ ਜਿਹੜਾ ਟਾਈਮ ਹੈ ਉਹਦੇ 'ਚ ਖਾਣਾ ਪੀਣਾ ਵੀ ਹੈ, ਫੂਡ ਹੈ ਜਿੱਦਾਂ, ਤੇ ਥੋੜੇ ਬਹੁਤ ਸਟਾਲ ਸ਼ਾਇਦ ਲੱਗੇ ਹੋਣਗੇ।
ਤੇ ਉਹ ਸ਼ਾਪਿੰਗ ਜੇ ਕਿਸੇ ਨੇ ਕਰਨੀ ਹੋਏ ਉਹ ਵੀ ਇਸ ਵਾਰੀ ਅਸੀਂ ਇੰਟਰੋਡਿਊਸ ਕਰ ਰਹੇ ਹੈਗੇ ਆ। ਤੁਸੀਂ ਵੈਲਕਮ ਹੋ, ਕਾਲ ਕਰ ਸਕਦੇ ਹੋ ਇਸ ਚੀਜ਼ ਵਾਸਤੇ ਜੇ ਕੋਈ ਆਪਣਾ ਸਟਾਲ ਉੱਤੇ ਓਪਨ ਚ ਲਗਾਉਣਾ ਚਾਹੁੰਦਾ ਹੈਗਾ। ਯੂ ਮੋਸਟ ਵੈਲਕਮ। ਇਹ ਅਸੀਂ ਨਵੀਂ ਚੀਜ਼ ਇੰਟਰੋਡਿਊਸ ਕੀਤੀ ਹੈ ਤੇ ਫੈਮਿਲੀ ਪਿਕਨਿਕ, ਬੱਚੇ ਵੀ ਆਣ, ਆਪਾਂ ਸਾਰੇ ਹੀ ਆਣ, ਰਿਸ਼ਤੇਦਾਰ ਵੀ ਆਣ, ਸਾਰੇ ਆਣ ਤੇ ਇੰਜੋਇਮੈਂਟ ਕਰਨੀ ਹੈਗੀ। ਇੰਜੋਇਮੈਂਟ ਅੱਡ-ਅੱਡ ਤਰੀਕੇ ਦੀ, ਜਿੱਦਾਂ ਖਾਣਾ ਪੀਣਾ ਵੀ ਇੰਜੋਇਮੈਂਟ ਹੀ ਹੈ ਨਾ, ਦੈਟਸ એનર્ਜੀ ਯੂ ਨੋ। ਸਾਨੂੰ ਖਾਣਾ ਮਿਲੇਗਾ ਤਾਂ ਹੀ ਤਾਂ એનર્ਜੀ ਮਿਲੇਗੀ ਨਾ, ਇੱਕ ਪਾਰਟ। ਹਾਂ ਤੇ ਫੈਮਿਲੀ ਸਾਰੀ ਨਾਲ ਆਵੇ, ਖੁਸ਼ ਰਹਿਣ, ਇੰਜੋਏ ਕਰਨ, ਬੱਚੇ ਵੀ ਇੰਜੋਏ ਕਰਨ, ਥੋੜੀਆਂ ਬਹੁਤ ਗੇਮਸ ਹੋਣਗੀਆਂ ਐਂਡ ਬੱਚੇ ਬਹੁਤ ਫਨ ਕਰਦੇ ਹੈਗੇ ਆ। ਤੇ ਨਾਲ ਅਸੀਂ ਕਲਚਰਲ ਵੀ ਥੋੜਾ ਰੱਖ ਰਹੇ ਹੈਗੇ ਆ, ਉਹ ਵੀ ਪਿਕਨਿਕ ਦਾ ਪਾਰਟ ਹੈਗਾ, ਗੀਤ ਸੰਗੀਤ ਹੈਗਾ, ਉਹਦੇ ਚ ਸਾਰੇ ਆਪਾਂ ਸਾਰੇ ਹੀ ਇੰਜੋਏ ਕਰਾਂਗੇ, ਬੱਚੇ ਵੀ ਵੱਡੇ ਵੀ ਸਾਰੇ ਰਲ ਮਿਲ ਕੇ। ਤਾਂ ਬੇਸਿਕਲੀ ਇਟਸ ਜਿੱਦਾਂ ਆਪਣੀ ਫੈਮਿਲੀ ਪਿਕਨਿਕ ਹੈ। ਜਿਹੜਾ ਕਾਰ ਰੈਲੀ ਤੇ ਹੈਗੀ ਆ ਉਹ ਤਾਂ ਹੈ, ਤੇ ਨਾਲ ਦੀ ਨਾਲ ਅਸੀਂ ਬਾਕੀ ਜਿਹੜਾ ਟਾਈਮ ਹੈ ਜਦ ਤੱਕ ਕਾਰਾਂ ਵਾਪਸ ਆਉਂਦੀਆਂ ਤਦ ਤੱਕ ਅਸੀਂ ਫਨ ਕਰਦੇ, ਇੰਜੋਏ ਕਰਦੇ ਹੈਗੇ ਆ ਤੇ ਫੈਮਿਲੀ ਪਿਕਨਿਕ ਹੁੰਦੀ ਹੈ ਜੀ। ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਜਿਵੇਂ ਸੰਘਾ ਸਾਹਿਬ ਨੇ ਦੱਸਿਆ ਕਿ ਗੁਰੂ ਨਾਨਕ ਕਮਿਊਨਿਟੀ ਸਰਵਿਸ ਫਾਊਂਡੇਸ਼ਨ 1999 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ ਜੀ, ਔਰ ਦਾਸ ਨੂੰ ਵੀ ਉਸ ਦਿਨ ਤੋਂ ਹੀ ਇਸ ਸੰਸਥਾ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਸੀ। ਸੋ ਮੋਟੇ ਸ਼ਬਦਾਂ ਦੇ ਵਿੱਚ ਜਾਂ ਜੇਕਰ ਇਸ ਗੱਲ ਨੂੰ ਦੱਸਣਾ ਹੋਵੇ ਕਿ ਕਾਰ ਰੈਲੀ, ਸੰਘਾ ਸਾਹਿਬ ਕਈ ਵਾਰੀ ਨਾ ਬੜੀ ਮੁਸ਼ਕਲ ਹੁੰਦੀ ਹੈ ਔਰ ਸਾਰਿਆਂ ਦੇ ਦਿਲ 'ਚ ਮਨ 'ਚ ਹੁੰਦਾ ਕਿ ਜੇ ਕੰਪੀਟੀਸ਼ਨ ਕਰਾ ਰਹੇ ਨੇ, ਇਨਾਮ ਵੀ ਦੇ ਰਹੇ ਨੇ, ਤਾਂ ਪਤਾ ਨਹੀਂ ਕਾਰਾਂ ਭਜਾਉਣੀਆਂ ਹੋਣਗੀਆਂ ਜੀ। ਸੋ ਇਹ ਪਹਿਲਾਂ ਤਾਂ ਇਹ ਦੱਸ ਦਿਓ, ਭਜਾਉਂਦੇ ਆ ਕਾਰਾਂ, ਦੌੜਾਂ ਤਾਂ ਨਹੀਂ ਹੁੰਦੀਆਂ ਕਾਰਾਂ ਦੀਆਂ? ਇਹੀ ਮੈਂ ਚਾਹੁੰਦਾ ਕਿ ਤੁਸੀਂ ਇਹਨੂੰ ਗੱਲ ਨੂੰ ਕਲੀਅਰ ਕਰੋ ਕਿ ਰੈਲੀ ਔਰ ਰੇਸ ਵਿੱਚ ਕੀ ਫਰਕ ਹੈਗਾ। ਐਗਜ਼ੈਕਟਲੀ ਜੀ। ਸੋ ਮੈਂ ਤੁਹਾਡੀ ਇਜਾਜ਼ਤ ਦੇ ਨਾਲ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਜਿਹੜੀ ਗੁਰੂ ਨਾਨਕ ਕਾਰ ਰੈਲੀ ਹੈ ਜੀ, ਇਹ ਇੱਕ ਰੈਲੀ ਹੈ। ਰੈਲੀ ਤੋਂ ਭਾਵ ਇਹ ਹੈ ਕਿ ਜਿਹੜੀ ਵੀ ਗੱਡੀ ਤੁਸੀਂ ਇਸ ਵਕਤ ਚਲਾ ਰਹੇ ਹੋ, ਜਿਹੜੀ ਡਰਾਈਵੇਬਲ ਗੱਡੀ ਹੈ, ਜਿਸ ਦੇ ਪ੍ਰੋਪਰ ਇੰਸ਼ੋਰੈਂਸ ਔਰ ਸਾਰਾ ਕੁਝ ਹੈ ਨਾ ਜੀ ਠੀਕ ਹਾਲਤ ਦੇ ਵਿੱਚ ਜਿਹੜੀ ਚਲਾ ਰਹੇ ਹੋ, ਤਾਂ ਉਹ ਗੱਡੀ ਨੂੰ ਤੁਸੀਂ ਆਪਣੇ ਪਰਿਵਾਰ ਦੇ ਨਾਲ, ਜਿੰਨੇ ਉਹਦੇ 'ਚ ਲੀਗਲੀ ਬੈਠ ਸਕਦੇ ਨੇ ਬੰਦੇ, ਉਹਨਾਂ ਨੂੰ ਵੀ ਲੈ ਕੇ ਜਾ ਸਕਦੇ ਹੋ ਜਦੋਂ ਉਹਨਾਂ ਕਾਰਾਂ ਦੀ ਇਹ ਵਰਤੋਂ ਕਰਨੀ। ਔਰ ਇਹ ਦੌੜ ਨਹੀਂ ਹੈ ਜੀ, ਇਹ ਰੇਸ ਨਹੀਂ ਹੈ, ਇਹ ਰੈਲੀ ਹੈ। ਔਰ ਸਾਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਟੋਰਾਂਟੋ ਆਟੋ ਸਪੋਰਟਸ ਕਲੱਬ, ਜਿਹੜੀ ਕਿ ਬੜਾ ਪ੍ਰੀਮੀਅਰ ਕਲੱਬ ਹੈ ਕੈਨੇਡਾ ਦਾ, ਔਰ ਜਿਹੜਾ ਕਿ ਡਾਊਨਟਾਊਨ ਔਰ ਸਾਰੇ ਓਨਟਾਰੀਓ ਦੇ ਵਿੱਚ ਕਾਫੀ ਕਾਰਾਂ ਦੀਆਂ ਈਵਨ ਰੇਸਾਂ ਵੀ ਕਰਾਉਂਦੇ ਨੇ ਉਹ। ਡਾਕਟਰ ਚੰਦ ਤੁਸੀਂ ਵੀ ਗਏ ਸੀ, ਆਪਾਂ ਮਿੰਡਨ ਜਿੱਥੇ ਹੈ ਨਾ ਜੀ ਹੋਇਆ ਸੀ। ਸੋ ਉਹ ਜਿਹੜੀ ਆਰਗੇਨਾਈਜੇਸ਼ਨ ਹੈ ਟੋਰਾਂਟੋ ਆਟੋ ਸਪੋਰਟਸ ਕਲੱਬ ਸਾਡੀ ਟੈਕਨੀਕਲ ਪਾਰਟਨਰ ਹੈ, ਉਹ ਸਾਰਾ ਰੂਟ ਵਗੈਰਾ ਤੈਅ ਕਰਦੀ ਹੈ। ਸੋ ਰੈਲੀ ਤੇ ਰੇਸ ਦਾ ਡਿਫਰੈਂਸ ਇਹ ਹੈ ਕਿ ਇਹਦੇ 'ਚ ਇਹ ਨਹੀਂ ਹੈ ਕਿ ਸਾਰੀਆਂ ਗੱਡੀਆਂ ਇੱਕ ਲਾਈਨ 'ਚ ਖੜੀਆਂ ਕਰਤੀਆਂ ਤੇ ਫਿਰ ਉਹ ਵਿਸਲ ਮਾਰੀ ਤੇ ਭਜਾਤਾ ਉਹਨਾਂ ਨੂੰ। ਨੋ, ਇਦਾਂ ਨਹੀਂ ਹੈ ਜੀ। ਇਹ ਟਾਈਮ ਨੋਟ ਕੀਤਾ ਜਾਂਦਾ ਹੈ, ਟਾਈਮ ਟੈਗ ਕਾਰ ਰੈਲੀ ਹੈ ਇਹ, ਜਿਹਦੇ ਵਿੱਚ ਤੁਹਾਡੀ ਕਾਰ ਨੂੰ ਇੱਕ ਨੰਬਰ ਦਿੱਤਾ ਜਾਂਦਾ ਹੈ ਤੇ ਉਹਦਾ ਇੱਕ ਟਾਈਮ ਨੋਟ ਕੀਤਾ ਜਾਂਦਾ ਹੈ ਜਦੋਂ ਉਹਨੂੰ ਫਲੈਗ ਆਫ ਕੀਤਾ ਜਾਂਦਾ ਹੈ, ਜਦੋਂ ਆਪਾਂ ਫਲੈਗ ਆਫ ਕਰਦੇ ਹਾਂ। ਔਰ ਨਾਲ ਦੀ ਨਾਲ ਜਿਹੜਾ ਫਨ ਪਾਰਟ ਹੈ ਜੀ, ਉਹ ਇਹ ਹੈ ਸਾਡੇ ਦਰਸ਼ਕਾਂ ਦੇ ਲਈ ਜਿਹੜੇ ਪਹਿਲੀ ਵਾਰ ਸੁਣ ਰਹੇ ਹੋਣਗੇ, ਜਿਨ੍ਹਾਂ ਨੇ ਆਉਣਾ ਹੈ, ਕਿ ਤੁਸੀਂ ਇੱਕ ਡਰਾਈਵਰ ਤੇ ਇੱਕ ਨਾਲ ਨੈਵੀਗੇਟਰ ਲੈ ਕੇ ਆਉਣਾ ਹੈ। ਸੋ ਜਿਹੜਾ ਨੈਵੀਗੇਟਰ ਹੈ ਜੀ, ਉਹਨੇ ਤੁਹਾਨੂੰ ਰਾਹ ਦੱਸਣਾ ਹੈ। ਹੁਣ ਜਿਹੜਾ ਰਾਹ ਵਾ, ਉਹ ਰਾਹ ਤੁਹਾਨੂੰ ਇੱਕ ਬੁਕਲੇਟ ਦਿੱਤੀ ਜਾਂਦੀ ਹੈ, ਜਿਹੜੀ ਕਿ ਟੋਰਾਂਟੋ ਆਟੋ ਸਪੋਰਟਸ ਕਲੱਬ ਦੇ ਮਾਹਿਰ ਤਿਆਰ ਕਰਦੇ ਨੇ। ਅਸੀਂ ਉਹਨੂੰ ਤਿਆਰ ਨਹੀਂ ਕਰਦੇ, ਨਾ ਸਾਨੂੰ ਪਤਾ ਹੁੰਦਾ ਕਿਹੜਾ ਰੂਟ ਹੈ। ਇਹ ਘੰਟੇ, ਸਵਾ ਘੰਟੇ ਦਾ ਵੱਧ ਤੋਂ ਵੱਧ ਰੂਟ ਹੁੰਦਾ ਜੀ। 70-80 ਕਿਲੋਮੀਟਰ ਤੋਂ ਲੈ ਕੇ ਮੈਕਸਿਮਮ 100 ਕਿਲੋਮੀਟਰ ਤੱਕ ਦਾ ਰੂਟ ਅਸੀਂ ਰੱਖਦੇ ਹਾਂ, ਤਾਂ ਕਿ ਤੁਸੀਂ ਉਹ ਸਮੇਂ ਦੇ 1.5-2 ਘੰਟੇ ਦੇ ਵਿੱਚ ਉਹ ਫਲੈਗ ਆਫ ਹੋਣ ਤੋਂ ਬਾਅਦ ਵਾਪਸ ਜਿਹੜਾ ਹੈ ਜੀ ਤੁਸੀਂ ਆਪਣਾ ਐਂਡ ਜਾਂ ਫਿਨਿਸ਼ ਪੁਆਇੰਟ ਤੇ ਆ ਸਕੋ। ਸੋ ਇਸ ਵਾਰ ਦੀ ਜਿਹੜੀ ਕਾਰ ਰੈਲੀ ਹੈ ਜੀ, ਉਹ ਪੌਲ ਕਾਫੀ ਪਾਰਕ, ਜਿਹਨੂੰ ਕਿ ਵਾਈਲਡਵੁੱਡ ਪਾਰਕ ਕਿਹਾ ਜਾਂਦਾ ਰਿਹਾ ਪਿਛਲੇ ਸਮਿਆਂ ਦੇ ਦੌਰਾਨ, ਜਿਹੜਾ ਕਿ 34 ਡੈਰੀ ਰੋਡ ਈਸਟ ਮਿਸੀਸਾਗਾ ਮਾਲਟਨ ਕਹਿ ਸਕਦੇ ਹਾਂ, ਜਿੱਥੇ ਕਿ ਜਹਾਜ਼ ਖੜਾ ਹੈ। ਜੇਕਰ ਤੁਸੀਂ ਡੈਰੀ ਰੋਡ ਤੇ ਜਾਂਦੇ ਹੋ ਨਾ ਜੀ, ਤਾਂ ਜਿਹੜਾ ਹੈ ਉਹ ਤੁਸੀਂ ਉੱਥੇ ਜਸਟ ਬਿਫੋਰ ਜਿਹੜਾ ਗੋਰਵੇ ਹੈ, ਗੋਰਵੇ ਦਾ ਇੰਟਰਸੈਕਸ਼ਨ ਡੈਰੀ ਦਾ, ਉਹਦੇ ਰਾਈਟ ਹੈਂਡ ਸਾਈਡ ਜਿਹੜਾ, ਜੇ ਤੁਸੀਂ ਈਸਟ ਜਾ ਰਹੇ ਹੋ ਤਾਂ ਉੱਥੇ ਇੱਕ ਜਹਾਜ਼ ਜਿਹੜਾ ਹੈ ਉਹ ਖੜਾ ਕੀਤਾ ਹੋਇਆ, ਤੇ ਉਹਦੇ ਪਿਛਲੇ ਪਾਸੇ ਇਹ ਵੱਡਾ ਪਾਰਕ ਹੈ। ਸੋ ਟਾਈਮ ਟੈਗ ਤੁਹਾਨੂੰ ਜਿਹੜਾ ਰੂਟ ਦੀ ਗੱਲ ਮੈਂ ਦੱਸਿਆ ਸੀ ਟੋਰਾਂਟੋ ਆਟੋ ਸਪੋਰਟਸ ਕਲੱਬ ਵੱਲੋਂ, ਨਵੇਕਲਾ ਰੂਟ, ਜਿਹੜਾ ਕਿ ਰੂਟ ਤੁਹਾਡਾ ਤੇ ਤੁਹਾਡੇ ਪਿਛਲੀ ਕਾਰ ਦਾ ਡਿਫਰੈਂਟ ਹੋ ਸਕਦਾ, ਉਹਦੀ ਪਿਛਲੀ ਕਾਰ ਦਾ ਹੋਰ ਹੋ ਸਕਦਾ ਹੈ। ਸੋ ਉਹ ਰੂਟ ਦੇ ਉੱਤੇ ਤੁਸੀਂ ਨਾ ਸਿਰਫ ਡਾਇਰੈਕਸ਼ਨ ਤੁਹਾਨੂੰ ਨੈਵੀਗੇਟਰ ਨੇ ਦੱਸਣੀਆਂ ਨੇ, ਡਰਾਈਵਰ ਨੇ ਦੇਖਣਾ ਕਿ 5 ਕਿਲੋਮੀਟਰ ਸਿੱਧੇ ਜਾਓ, 2 ਕਿਲੋਮੀਟਰ ਫਿਰ ਉਸ ਤੋਂ ਬਾਅਦ ਲੈਫਟ ਹੋਵੋ ਜਾਂ ਰਾਈਟ ਹੋਵੋ, 2 ਕਿਲੋਮੀਟਰ ਜਾਓ ਵਗੈਰਾ ਵਗੈਰਾ। ਉਹ ਰੂਟ, ਉਹ ਤਾਂ ਹੋ ਗਿਆ ਜੀ ਡਾਇਰੈਕਸ਼ਨਸ। ਔਰ ਤੁਹਾਨੂੰ ਵੀ ਪਤਾ ਹੈ ਜੀ, ਜਿਹੜੀ ਵਧੀਆ ਗੱਲ ਹੈ ਜੀ, ਫਨ ਪਾਰਟ ਇਹ ਹੈ ਕਿ 50 ਦੇ ਕਰੀਬ ਸਵਾਲ ਵੀ ਹੁੰਦੇ ਨੇ ਜਿਨ੍ਹਾਂ ਦੇ ਤੁਸੀਂ ਜਵਾਬ ਦੇਣੇ ਹੁੰਦੇ ਨੇ। ਫੋਰ ਐਗਜ਼ਾਮਪਲ, ਫਲਾਣੇ ਇੰਟਰਸੈਕਸ਼ਨ ਦੇ ਉੱਤੇ ਕਿਹੜਾ ਗੈਸ ਸਟੇਸ਼ਨ ਹੈ ਜੀ, ਉਹਦਾ ਨਾਂ ਲਿਖਣਾ ਹੈ।
ਉਹਦਾ ਮਤਲਬ ਤੁਸੀਂ ਅਲਰਟ ਕਿੰਨੇ ਕੋ ਤਾਂ ਜਿਹੜਾ ਨੈਵੀਗੇਟਰ ਕਿੰਨਾ ਅਲਰਟ ਹੈ, ਡਰਾਈਵਰ ਕਿੰਨਾ ਅਲਰਟ ਹੈ, ਡਰਾਈਵਰ ਨੇ ਆਪਣੀ ਰੋਡ ਦੇ ਉੱਤੇ ਰੋਡ ਸੇਫਟੀ ਨੂੰ ਧਿਆਨ ਦੇ ਵਿੱਚ ਰੱਖ ਕੇ ਕਿਵੇਂ ਗੱਡੀ ਚਲਾਉਣੀ ਹੈ। ਤੇ ਅਗਲਾ ਸਵਾਲ ਹੋ ਸਕਦਾ ਹੈ ਕਿ ਇਹ ਜਿਹੜੀ ਨਦੀ ਹੈ ਜਾਂ ਕ੍ਰੀਕ ਹੈ ਜਿਹਦੇ ਉੱਤੋਂ ਤੁਸੀਂ ਲੰਘੋ, ਕਿਉਂਕਿ ਸਾਈਨ ਲਿਖੇ ਹੁੰਦੇ ਨੇ, ਉਹ ਕਿਹੜੀ ਸੀ ਜੀ ਜਾਂ ਕਿਹੜੀ ਹੈ। ਤਾਂ ਉਹ ਸਵਾਲਾਂ ਨੂੰ ਤੇ ਜਿਹੜਾ ਤੁਹਾਡੀ ਡਰਾਈਵਿੰਗ ਦੀ ਡਾਇਰੈਕਸ਼ਨਸ ਹੈ, ਇਹਨਾਂ ਦੀ ਇੱਕ ਸਕਿੱਲ ਦਾ ਇੱਕ ਤਰ੍ਹਾਂ ਦਾ ਮੁਜ਼ਾਹਰਾ ਹੁੰਦਾ ਹੈ ਜੀ। ਔਰ ਟਾਈਮ ਇਹ ਨਹੀਂ ਹੈ ਕਿ ਤੁਹਾਨੂੰ ਜੇ 10 ਵਜੇ ਛੱਡਿਆ ਤੇ ਤੁਸੀਂ ਇੱਕਦਮ ਫਟਾਫਟ ਭੱਜ ਕੇ ਆ ਗਏ। ਸਪੀਡ, ਜਿਹੜੀ ਸਪੀਡ ਲਿਮਿਟ ਹੈ ਜੀ, ਉਹਦੇ ਮੁਤਾਬਕ ਚੱਲਣਾ ਹੈ। ਸਟਾਪ ਸਾਈਨ ਤੇ ਸਟਾਪ, ਰੈੱਡ ਲਾਈਟ ਤੇ ਰੁਕਣਾ ਹੈ। ਤੇ ਇਸ ਤਰੀਕੇ ਨਾਲ ਤੁਸੀਂ ਸਾਰੇ ਜਿਹੜੇ ਰੂਲਸ ਐਂਡ ਜਿਵੇਂ ਸੰਘਾ ਸਾਹਿਬ ਨੇ ਦੱਸਿਆ ਟ੍ਰੈਫਿਕ ਦੇ ਰੂਲਸ ਔਰ ਰੋਡ ਦੇ ਜਿਹੜੇ ਰੂਲਸ ਨੇ ਉਹਨਾਂ ਨੂੰ ਫੋਲੋ ਕਰਦੇ ਹੋਏ ਕਾਰ ਰੈਲੀ ਸੰਪੰਨ ਹੋਣੀ ਹੈ। ਡਿਊਰਿੰਗ ਕਾਰ ਰੈਲੀ ਪਿੱਛੇ ਕੀ ਹੋ ਰਿਹਾ ਹੈ ਉਹ ਡਾਕਟਰ ਚੌਨ ਤੁਸੀਂ ਦੱਸ ਚੁੱਕੇ ਹੋ। ਬੱਚਿਆਂ ਦੇ ਲਈ ਇਸ ਵਾਰੀ ਕੀ ਸਪੈਸ਼ਲ ਲੈ ਕੇ ਆ ਰਹੇ ਹੋ ਜੀ ਕਾਰ ਰੈਲੀ ਦੇ ਪਿਕਨਿਕ ਦੇ ਵਿੱਚ? ਹਾਂ, ਪਿਕਨਿਕ ਵਿੱਚ ਬੱਚਿਆਂ ਵਾਸਤੇ ਜਿੱਦਾਂ ਗੇਮਸ ਕਰਾਵਾਂਗੇ ਅਸੀਂ। ਬਾਕੀ ਜੇ ਬੱਚੇ ਕੁਝ ਗਿੱਧਾ ਭੰਗੜਾ ਪਰਫਾਰਮ ਕਰਨਾ ਚਾਹੁੰਦੇ ਆ ਉਹ ਵੀ ਵੈਲਕਮ ਹੈਗਾ। ਅਸੀਂ ਉਸ ਟਾਈਮ ਤੇ ਦੇਖਾਂਗੇ ਕਿੰਨੇ ਬੱਚੇ ਹੈਗੇ ਆ, ਦੈਨ ਅਕੋਰਡਿੰਗਲੀ ਅਸੀਂ ਹੈਂਡਲ ਕਰਾਂਗੇ, ਦੇਖਾਂਗੇ। ਤੇ ਬਾਕੀ ਉਹਨਾਂ ਦੀ ਜਿੱਦਾਂ ਆਪਾਂ ਪਾਰਕ ਦੀ ਇੰਸ਼ੋਰੈਂਸ ਵਗੈਰਾ ਸਾਰਾ ਕੁਝ ਕਰਾਇਆ ਹੋਇਆ, ਸੇਫਟੀ ਦਾ ਵੀ ਧਿਆਨ ਰੱਖਣਾ, ਮੌਸਮ ਦਾ ਧਿਆਨ ਰੱਖਾਂਗੇ। ਲਾਸਟ ਟਾਈਮ ਅਸੀਂ ਕਰਾਈ ਸੀ ਤੇ ਥੋੜਾ ਮੀਂਹ ਪੈ ਗਿਆ ਸੀਗਾ, ਤੇ ਹੋਪਫੁਲੀ ਇਸ ਟਾਈਮ ਮੌਸਮ ਬਹੁਤ ਅੱਛਾ ਰਹੇਗਾ, ਅਸੀਂ ਇੰਜੋਏ ਕਰ ਸਕਾਂਗੇ। ਨਾਲ ਰੈਫਲ ਵੀ ਹੈ ਤੇ ਉਹਦੇ ਵਾਸਤੇ ਵੀ ਗਿਫਟਸ ਵਗੈਰਾ ਹੈਗੇ ਆ, ਤੇ ਬੱਚੇ ਜਿਹੜੇ ਪਰਫਾਰਮ ਕਰਨਗੇ ਅਸੀਂ ਦੇਖਾਂਗੇ। ਉਸ ਟਾਈਮ ਅਸੀਂ 2-4 ਗੇਮਸ ਰੱਖਦੇ ਹੁੰਨੇ ਆ, ਰੇਸਿਸ ਵਗੈਰਾ ਰੱਖਦੇ ਆ। ਮਤਲਬ ਫਨ ਐਕਟੀਵਿਟੀ, ਹਾਂ ਫਨ ਐਕਟੀਵਿਟੀ ਹੋਏਗੀ, ਬੱਚੇ ਪਾਰਟਿਸਿਪੇਟ ਕਰਨਗੇ। ਬਹੁਤ ਅੱਛੇ ਜੀ। ਸੋ ਸੰਗਤ ਸਾਹਿਬ ਸੈਕ ਰੇਸ ਵਗੈਰਾ ਇਦਾਂ ਕੁਝ ਰੱਖਦੇ ਆ, ਪਰ ਉਦੋਂ ਦੇਖਾਂਗੇ ਸਾਰੀ ਐਕਟੀਵਿਟੀ ਨਾ ਦੱਸੋ, ਉਹ ਅਜੇ ਦੱਸਣਾ ਨਹੀਂ। ਉਦੋਂ ਅਸੀਂ ਦੇਖਾਂਗੇ ਕਿ ਅਸੀਂ ਉਸ ਟਾਈਮ ਤੇ ਕਿਹੜੀ ਜੀ ਆਰਗੇਨਾਈਜ਼ ਉਦੋਂ ਕਰਨੀ ਹੈ, ਔਨ ਦਾ ਸਪੌਟ ਅਸੀਂ ਕਰਨਾ, ਉਹ ਔਨ ਦਾ ਸਪੌਟ ਅਸੀਂ। ਬਿਲਕੁਲ ਜੀ। ਸੰਗਤ ਸਾਹਿਬ ਇਹ ਐਕਟੀਵਿਟੀ ਜਿਹੜੀ ਇਵੈਂਟ ਹੈ ਜੀ, ਇਸ ਤੋਂ ਪਹਿਲਾਂ ਕਿ ਬ੍ਰੇਕ ਲਈਏ, ਕਦੋਂ ਹੋਣ ਜਾ ਰਹੀ ਹੈ ਜੀ? ਇਹਦੇ ਐਡਰੈਸ ਇੱਕ ਵਾਰੀ ਫੇਰ ਦੱਸ ਦਿਓ ਜੀ। ਮੇਰੇ ਖਿਆਲ ਐਡਰੈਸ ਤੁਸੀਂ ਦੱਸ ਦਿਓ ਤਾਂ ਜ਼ਿਆਦਾ ਬੈਟਰ ਰਹੇਗਾ। ਹੋ ਕਦੋਂ ਰਹੀ ਹੈ ਜੀ? ਓਕੇ, ਇਹ 25 ਸਤੰਬਰ ਨੂੰ ਹੋ ਰਹੀ ਹੈ ਜੀ। ਇਹਦਾ ਟਾਈਮ ਜਿਹੜਾ ਹੈਗਾ 11:30 ਵਜੇ ਸ਼ੁਰੂ ਹੋਏਗੀ ਤੇ 6 ਵਜੇ ਤੱਕ ਚੱਲੇਗਾ ਸਾਰਾ ਸਮਾਗਮ। ਬਿਲਕੁਲ। ਔਰ ਇਹਦੇ ਵਿੱਚ ਮੈਂ ਉਚੇਚਾ ਤੌਰ ਤੇ ਨਗਰ ਸਾਹਿਬ ਜਿਹੜਾ ਆਪਾਂ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਕਰਾਂਗੇ। ਲਓ ਜੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਤੇ ਹੋਰ ਜਾਣਕਾਰੀ ਤੇ ਇਹਦੇ ਵਿੱਚ ਜਿਹੜੇ ਰੌਚਕ ਇਨਾਮ ਜਿਹੜੇ ਨੇ ਜੀ ਉਹਨਾਂ ਦੀ ਜਾਣਕਾਰੀ ਤੇ ਪ੍ਰੋਗਰਾਮ ਦੇ ਅਖੀਰ ਤੱਕ ਵੇਖਦੇ ਰਹੋ ਤੁਸੀਂ। ਇਨਾਮ ਜਿਹੜੇ ਨੇ ਜੀ ਉਹ ਕੀ ਹੋਣਗੇ ਤੇ ਸਪਾਂਸਰਸ਼ਿਪ ਜਿਹੜੀ ਹੈ ਉਹ ਵੀ ਤੁਹਾਨੂੰ ਅਸੀਂ ਬੇਨਤੀ ਕਰਾਂਗੇ। ਤੋਂ ਵਾਪਸ ਆਉਂਦੇ ਇੱਕ ਬ੍ਰੇਕ ਤੋਂ ਬਾਅਦ। ਇੱਕ ਵਾਰੀ ਫੇਰ ਆਪ ਸਭ ਦਰਸ਼ਕਾਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਗੁਰੂ ਨਾਨਕ ਕਮਿਊਨਿਟੀ ਸਰਵਿਸ ਫਾਊਂਡੇਸ਼ਨ ਆਫ ਕੈਨੇਡਾ ਦੇ ਡਾਇਰੈਕਟਰ ਅਜੈਬ ਸਿੰਘ ਸੰਘਾ ਜੀ ਤੇ ਡਾਕਟਰ ਕੁਲਦੀਪ ਕੌਰ ਝੋਨ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਤੁਹਾਡਾ ਵੀ ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਜੀ ਆਇਆਂ ਨੂੰ। ਕਾਰ ਰੈਲੀ ਦੇ ਬਾਰੇ ਤੁਸੀਂ ਦੱਸ ਰਹੇ ਸੀਗੇ ਕਿ ਇਹ ਟਾਈਮਿੰਗ ਦੱਸ ਰਹੇ ਸੀ, ਤੇ ਇੱਕ ਵਾਰੀ ਫੇਰ ਦੱਸ ਦਿਓ ਕਿ ਇਹ ਕਦੋਂ ਹੋ ਰਹੀ ਹੈ ਤੇ ਜਿਹੜੀ ਸਥਾਨ ਹੈ ਜੀ ਉਹ ਕੀ ਹੈ ਜੀ? ਪੌਲ ਕਾਫੀ ਪਾਰਕ ਤਾਂ ਤੁਸੀਂ ਦੱਸ ਹੀ ਦਿੱਤਾ ਜੀ। ਕਿੰਨੀ ਤਾਰੀਖ ਕਿੰਨੀ ਹੈ ਜੀ? ਤਰੀਕ 25 ਸਤੰਬਰ ਹੈ ਜੀ, ਤੇ 25 ਸਤੰਬਰ ਦਿਨ ਐਤਵਾਰ ਹੈ ਜੀ। 11:30 ਵਜੇ ਤੋਂ ਸ਼ੁਰੂ ਹੋਏਗਾ ਤੇ 6 ਵਜੇ ਤੱਕ ਇਹ ਸਮਾਗਮ ਸਾਰਾ ਚੱਲੇਗਾ। ਬਹੁਤ ਅੱਛਾ। ਮੈਂ ਉਚੇਚਾ ਤੌਰ ਤੇ ਨਗਰ ਸਾਹਿਬ ਜਿਹੜਾ ਪਾਰਟਿਸਿਪੇਟਾਂ ਨੇ ਪਿਛਲੀ ਵਾਰੀ ਪਾਰਟਿਸਿਪੇਟ ਕੀਤਾ ਆ, ਪਿਛਲੇ ਸਾਲਾਂ ਦੌਰਾਨ ਵੀ, ਹਾਂ ਪਿਛਲੇ ਸਾਲਾਂ ਦੌਰਾਨ ਕੀਤਾ, ਮੈਂ ਉਹਨਾਂ ਸਾਰਿਆਂ ਨੂੰ ਬੜੀ ਨਿਮਰਤਾ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਇੱਕ ਨਾਲ ਹੋਰ ਸਾਥੀ ਲੈ ਕੇ ਆਓ ਤਾਂ ਕਿ ਡਬਲ ਪ੍ਰੋਗਰਾਮ ਹੋ ਸਕੇ, ਕਿਉਂਕਿ ਕਰੋਨਾ ਕਾਲ ਦੌਰਾਨ ਇਹ ਸਾਰਾ ਕੁਝ ਬੜਾ ਘਟਿਆ ਜਾ ਰਿਹਾ ਹੈਗਾ। ਬਿਲਕੁਲ। ਹੁਣ ਜੇ ਪਰਮਾਤਮਾ ਨੇ ਮਾਹੌਲ ਥੋੜਾ ਜਿਹਾ ਖੁੱਲਾ ਦਿੱਤਾ ਹੈਗਾ ਤਾਂ ਆਪਾਂ ਨੂੰ ਖੁੱਲ ਕੇ ਆਉਣਾ ਚਾਹੀਦਾ। ਜਿੰਨੇ ਵੀ ਪਾਰਟਿਸਿਪੈਂਟ ਜਿਹੜੇ ਪਿਛਲੇ ਰਹੇ ਹੈਗੇ ਆ ਉਹ ਸਾਰੇ ਆਪ ਆਉਣ, ਨਾਲ ਇੱਕ ਬੰਦੇ ਨੂੰ ਵੀ ਹੋਰ ਲੈ ਆਉਣ, ਤਾਂ ਸਾਨੂੰ ਸਮਝ ਲਓ ਡਬਲ ਬੰਦੋਬਸਤ ਕਰਨਾ ਪਏਗਾ। ਬਹੁਤ ਅਸੀਂ ਤਿਆਰ ਹਾਂ ਜੀ ਬੰਦੋਬਸਤ ਕਰਨ ਦੇ ਲਈ, ਉਹਦੇ ਵਾਸਤੇ ਪ੍ਰੀਪੇਅਰਡ ਹੈਗੇ ਆ। ਔਰ ਅਸੀਂ ਸਾਰਿਆਂ ਨੂੰ ਬੜੀ ਖੁੱਲਾ ਸੱਦਾ ਦੇ ਰਹੇ ਹਾਂ, ਖੁੱਲੇ ਦਿਲ ਨਾਲ ਸੱਦਾ ਦੇ ਰਹੇ ਹੈਗੇ। ਬਹੁਤ ਅੱਛੇ ਜੀ। ਔਰ ਗੁਰੂ ਨਾਨਕ ਕਮਿਊਨਿਟੀ ਸਰਵਿਸ ਫਾਊਂਡੇਸ਼ਨ ਦੀ ਖੁਸ਼ਕਿਸਮਤੀ ਹੈ ਕਿ ਬੀਤੇ ਸਮੇਂ ਦੇ ਦੌਰਾਨ ਵੱਖ-ਵੱਖ ਚੰਗੇ ਕਾਰਜਾਂ ਦੇ ਵਾਸਤੇ ਜਿਹੜੇ ਹਨ ਜੀ ਉਹ ਫੰਡ ਰੇਜ਼ ਵੀ ਕੀਤੇ ਜਾਂਦੇ ਰਹੇ ਨੇ। ਸੋ ਜਿਹਦੇ ਵਿੱਚ $2.5 ਲੱਖ ਗੁਰੂ ਨਾਨਕ ਕਮਿਊਨਿਟੀ ਸਰਵਿਸ ਫਾਊਂਡੇਸ਼ਨ ਵੱਲੋਂ 2014 ਦੇ ਵਿੱਚ ਵਿਲੀਅਮ ਓਸਲਰ ਹਸਪੀਟਲ ਜਿਹੜਾ ਕਿ ਬਰੈਂਪਟਨ ਦਾ ਹਸਪਤਾਲ ਜਿਹਨੂੰ ਕਹਿੰਦੇ ਆ ਉਹਦੇ ਲਈ ਜਿਹੜਾ $2.5 ਲੱਖ ਇਕੱਠਾ ਕੀਤਾ ਗਿਆ ਸੀ। ਔਰ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਹਸਪਤਾਲ ਨੇ ਜੀ ਉਹਨਾਂ ਦੇ ਲਈ, ਜਿਨ੍ਹਾਂ ਦੇ ਵਿੱਚ ਸਿਕ ਕਿਡਸ ਹਸਪੀਟਲ ਜਾਂ ਕ੍ਰੈਟ ਵੈਲੀ ਹਸਪੀਟਲ ਜਿਹੜਾ ਹੈ ਉਹ ਆਉਂਦੇ ਨੇ, ਜਾਂ ਟੋਬੀਕੋ ਦਾ ਹਸਪੀਟਲ ਵਿਲੀਅਮ ਓਸਲਰ ਦੇ ਤਹਿਤ ਆਉਂਦਾ, ਜਾਰਜ ਟਾਊਨ ਦਾ ਹਸਪੀਟਲ। ਸੋ ਇਹ ਫੰਡ ਰੇਜ਼ਿੰਗ ਐਕਟੀਵਿਟੀ ਜਿਹੜੀ ਹੈ ਪਹਿਲੇ ਸਮੇਂ 'ਚ ਹੁੰਦੀ ਰਹੀ ਹੈ।
ਇਸ ਵਾਰੀ ਜਿਹੜੀ ਗਤੀਵਿਧੀਆਂ ਨੇ ਜੀ, ਐਕਟੀਵਿਟੀਜ਼ ਨੇ ਜਾਂ ਇਵੈਂਟ ਕਰਾਉਣੇ ਹੁੰਦੇ ਨੇ, ਉਹ ਜਿਹੜੇ ਸਾਡੇ ਸਪਾਂਸਰਸ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਹੁੰਦੇ ਨੇ। ਸੋ ਬੀਤੇ ਸਮੇਂ ਦੇ ਦੌਰਾਨ ਜਿਹੜੇ ਵੀ ਸਪਾਂਸਰ ਸਾਡੇ ਰਹੇ ਨੇ ਉਹਨਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ, ਤੇ ਇਸ ਵਾਰ ਵੀ ਅਸੀਂ ਬੇਨਤੀ ਕਰਦੇ ਹਾਂ। ਸੋ ਕੀ ਕਹਿਣਾ ਚਾਹੋਗੇ ਜੀ, ਜੇ ਸਪਾਂਸਰ ਕਿਸ ਨੇ ਕਰਨਾ ਹੋਵੇ ਇਵੈਂਟ ਨੂੰ? ਹਾਂਜੀ, ਜੇ ਕੋਈ ਵੀ ਇਸ ਇਵੈਂਟ ਵਾਸਤੇ ਸਪਾਂਸਰ ਕਰਨਾ ਚਾਹੁੰਦਾ ਹੈਗਾ ਤੇ ਸਾਡੇ ਨੰਬਰ ਫਲਾਇਰ ਤੇ ਹੈਗੇ ਆ, ਉਹ ਕੰਟੈਕਟ ਕਰ ਸਕਦੇ ਹੋ ਜੀ। ਤੁਸੀਂ ਵੈਬਸਾਈਟ ਤੇ ਵੀ ਤੁਸੀਂ ਵਿਜ਼ਿਟ ਕਰੋ, ਸਾਡੀ ਵੈਬਸਾਈਟ www.gncsf.org। ਇਸ ਤੇ ਜਾ ਕੇ ਤੇ ਰਜਿਸਟ੍ਰੇਸ਼ਨ ਫਾਰਮ ਹੈ, ਵੋਲੰਟੀਅਰ ਫਾਰਮ ਹੈਗੇ ਆ, ਮੈਂਬਰਸ਼ਿਪ ਫਾਰਮਸ ਹੈਗੇ ਆ, ਸਪਾਂਸਰਸ਼ਿਪ ਫਾਰਮਸ ਹੈਗੇ ਆ, ਪਲੱਸ ਜਿਹੜਾ ਹੁਣ ਦਾ ਸਾਡਾ ਫਲਾਇਰ ਹੈਗਾ ਉਹ ਵੀ ਅਪਲੋਡਡ ਹੈਗਾ। ਤੁਸੀਂ ਸਪਾਂਸਰਸ਼ਿਪ ਫਾਰਮ ਜਿੱਦਾਂ ਉਹਦਾ ਲਿੰਕ ਖੋਲੋਗੇ ਤੇ ਉਹਦੇ 'ਚ ਫਿਰ ਤੁਹਾਨੂੰ ਡਿਟੇਲ ਮਿਲ ਜਾਏਗੀ। ਜਿਹੜਾ ਸਾਡਾ ਜਿੱਦਾਂ ਪਲੈਟੀਨਮ, 골ਡ, ਸਿਲਵਰ, ਇੱਦਾਂ ਅੱਡ ਉਹਦੀ ਰੇਂਜਸ ਹੈਗੇ ਆ। ਤੁਸੀਂ ਕਿਹੜੇ ਸਪਾਂਸਰ ਬਣਨਾ ਚਾਹੁੰਦੇ ਹੈਗੇ ਉਸ ਹਿਸਾਬ ਨਾਲ ਤੁਹਾਡੀ ਅੱਗੇ ਨੈਟਵਰਕਿੰਗ ਦਾ ਅਸੀਂ ਕਰਾਂਗੇ, ਆਨਲਾਈਨ ਆਲਸੋ ਐਂਡ ਔਨ ਦਾ ਸਪੌਟ ਆਲਸੋ। ਉੱਥੇ ਵੀ ਤੁਹਾਡੇ ਜਿਹੜੇ ਬੈਨਰਸ ਵੈਲਕਮ ਹੋਣਗੇ ਲੱਗਣ ਵਾਸਤੇ, ਹੈ ਨਾ, ਨੈਟਵਰਕਿੰਗ ਹੈ ਨਾ ਸਾਰੀ, ਤੇ ਪੋਸਟਰਸ ਇਹ ਸਾਰੇ ਵੈਲਕਮ ਹੋਣਗੇ। ਉਹ ਤੁਸੀਂ ਕੰਟੈਕਟ ਕਰ ਸਕਦੇ ਹੋ, ਨੰਬਰਸ ਹੈਗੇ ਆ ਵੈਬਸਾਈਟ ਤੇ, ਤੁਸੀਂ ਕੰਟੈਕਟ ਕਰ ਸਕਦੇ ਹੋ। ਬਹੁਤ ਅੱਛੇ। ਸੋ ਸੰਘਾ ਸਾਹਿਬ, ਤੁਸੀਂ ਦੱਸ ਰਹੇ ਸੀ ਕਿ ਜਿਹੜੇ ਕੰਮ ਹੁੰਦੇ ਨੇ ਜੀ, ਇਹ ਜਿਵੇਂ ਕਹਿੰਦੇ ਜਿਹੜੇ ਵਲੰਟੀਅਰ ਵਰਕ, ਇਹਦੇ ਵਿੱਚ ਵਲੰਟੀਅਰ ਵਰਕ ਦੇ ਵਿੱਚ ਵਲੰਟੀਅਰਸ ਦੀ ਜਿੱਥੇ ਬਹੁਤ ਲੋੜ ਹੁੰਦੀ ਹੈ ਉੱਥੇ ਵਲੰਟੀਅਰਸ ਤੋਂ ਬਿਨਾਂ ਇਹ ਕੰਮ ਨਹੀਂ ਹੁੰਦੇ। ਔਰ ਮੈਨੂੰ ਪਤਾ ਹੈ ਕਿ ਆਪਾਂ ਸਾਰੇ ਜਿਹੜੇ ਵਿੱਚ ਆਪਾਂ ਜਿਹੜੇ ਕੋਰ ਕਮੇਟੀ ਔਰ ਇਸ ਤੋਂ ਇਲਾਵਾ 20-25 ਮੈਂਬਰ ਆਪਾਂ ਹੈਗੇ ਆ, ਤੁਸੀਂ ਵਲੰਟੀਅਰਸ ਨੂੰ ਕੀ ਸੁਨੇਹਾ ਦਿਓਗੇ ਤੇ ਜਿਹੜੇ ਭਾਈਚਾਰਾ ਉਹਨਾਂ ਨੂੰ ਇੱਕ ਵਾਰੀ ਫੇਰ ਜਿਹੜਾ ਸੱਦਾ ਦਿਓ ਆਉਣ ਦੇ ਲਈ ਜੀ? ਨਾਗਰਾ ਸਾਹਿਬ, ਅਸੀਂ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਵਲੰਟੀਅਰ ਉਹਨਾਂ ਨੂੰ ਉਤਸ਼ਾਹਿਤ ਕਰਨਾ ਸਾਡਾ ਫਰਜ਼ ਬਣਦਾ ਹੈਗਾ। ਅਸੀਂ ਜਿੰਨੇ ਵੀ ਇਸ ਸੰਸਥਾ ਦੇ ਨਾਲ ਦੇ ਸਰਪ੍ਰਸਤ ਸਰਦਾਰ ਦਰਸ਼ਨ ਸਿੰਘ ਬਿਲਕੁਲ ਜੀ ਹੈਗੇ ਨੇ, ਸਾਹਿਬ ਬਲਬੀਰ ਸਿੰਘ ਸੰਧੂ ਸਾਹਿਬ ਪੰਜਾਬ ਸਪੋਰਟਸ ਕੈਨੇਡਾ ਵਾਲੇ ਪ੍ਰਧਾਨ ਹੈਗੇ ਜੀ, ਤੁਸੀਂ ਬਤੌਰ ਚੇਅਰਮੈਨ ਸੇਵਾ ਨਿਭਾ ਰਹੇ ਹੋ। ਬੜੀ ਖੂਬਸੂਰਤ ਟੀਮ ਹੈਗੀ ਤੁਹਾਡੇ ਨਾਲ। ਗੁਰਮੇਲ ਸਿੰਘ ਸੰਧੂ ਸਾਹਿਬ ਨੇ ਸਾਡੇ ਨਾਲ, ਹੈ ਨਾ ਜੀ, ਔਰ ਮਨਵੀਰ ਸਿੰਘ ਸੰਧੂ ਨੇ ਕੰਪਿਊਟਰ ਵਿੰਡੋ ਵਾਲੇ, ਔਰ ਨਵਨਿੰਦਰ ਕੌਰ ਪੱਟੀ ਹੋਰੀ ਮੈਮ ਨੇ, ਔਰ ਬੜੀ ਖੂਬਸੂਰਤ ਟੀਮ ਹੈਗੀ ਆ, ਹਰਮਨ ਸਿੰਘ, ਅਤੇ ਹੁਣ ਆਪਾਂ ਜਿਹੜੇ ਸਾਡੇ ਬਾਪੂ ਜੀ ਜਿਹੜੇ ਨੇ ਜੀ, ਉਹ ਵੀ ਮਲ ਸਿੰਘ ਬਾਸੀ ਜੀ, ਉਹ ਵੀ ਸਾਡਾ ਸੀਨੀਅਰਸ ਨੂੰ ਦੇਖਦੇ ਨੇ ਜੀ। ਕਿਉਂਕਿ ਅਸੀਂ ਸਾਰੇ, ਸਾਡੇ ਵਿੱਚ ਪੇਡ ਕੋਈ ਵੀ ਨਹੀਂ ਹੈਗਾ, ਸਾਰੇ ਆਪਾਂ ਵਲੰਟੀਅਰ ਹੈਗੇ ਆ। ਔਰ ਸਾਨੂੰ ਆਪਣੇ ਜੀਵਨ ਦੇ ਕਾਲ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਨਾਲ ਵਲੰਟੀਅਰ ਜੋੜਨ ਵਾਸਤੇ ਉਪਰਾਲੇ ਕਰਨੇ ਚਾਹੀਦੇ ਹੈਗੇ ਆ। ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੀਆਂ ਸਾਰੀਆਂ ਸੇਵਾਵਾਂ ਬੱਚੇ ਸੰਭਾਲਣਗੇ ਵਲੰਟੀਅਰ ਸੇਵਾ ਵਿੱਚ। ਬਿਲਕੁਲ। ਇਹ ਕਮਿਊਨਿਟੀ ਵਿੱਚ ਇੱਕ ਨਿਵੇਕਲੇ ਦੋਏ ਪ੍ਰੋਗਰਾਮ ਹੁੰਦੇ ਆ, ਕਾਰ ਰੈਲੀ ਦਾ ਤੇ ਕੀਰਤਨ ਕੰਪੀਟੀਸ਼ਨ ਦਾ। ਔਰ ਇਹਦੇ ਵਿੱਚ ਨਿਸ਼ਕਾਮ ਸੇਵਾ ਦੇ ਨਾਲ ਸਾਨੂੰ ਤਨ, ਮਨ, ਧਨ ਦੇ ਨਾਲ ਸੇਵਾ ਦੀ ਜ਼ਰੂਰਤ ਹੁੰਦੀ ਹੈਗੀ ਆ। ਜਿਹੜਾ ਤਨ ਨਾਲ ਸੇਵਾ ਕਰ ਸਕੇ, ਤਨ ਨਾਲ ਕਰੇ, ਮਨ ਨਾਲ ਸਾਰਿਆਂ ਦੀ ਚਾਹੀਦੀ ਹੈਗੀ ਆ, ਧਨ ਦੇ ਨਾਲ ਵੀ ਜ਼ਰੂਰਤ ਹੈ। ਤੇ ਇਹ ਸਾਡੀ ਕਮਿਊਨਿਟੀ ਵਿੱਚ ਆਪਣੇ ਆਪ ਦੇ ਤੌਰ ਤੇ ਬੜਾ ਨਿਵੇਕਲਾ ਪ੍ਰੋਗਰਾਮ ਹੈਗਾ, ਤੇ ਬੜਾ ਸ਼ਾਰਟ ਪੀਰੀਅਡ ਦੇ ਵਿੱਚ ਅਸੀਂ ਹੁਣ ਸਾਰਿਆਂ ਨੂੰ ਬੇਨਤੀ ਕਰ ਰਹੇ ਹੈਗੇ ਆ ਕਿ ਸਾਨੂੰ ਵਲੰਟੀਅਰ ਸੇਵਾ ਵੀ ਨਾਲ ਦੇਣ ਬੱਚੇ, ਔਰ ਅਸੀਂ ਉਹਨਾਂ ਬੱਚੇ ਜਿਹੜੇ ਵਲੰਟੀਅਰ ਬੱਚੇ ਆਉਣਗੇ ਉਹਨਾਂ ਨੂੰ ਵੀ ਅਸੀਂ ਆਨਰ ਕਰਾਂਗੇ। ਬਿਲਕੁਲ, ਇਸ ਵਿੱਚ ਟਾਈਮ ਜਿਹੜਾ ਸਕੂਲਾਂ ਦੇ ਵਿੱਚ ਟਾਈਮ ਮੰਗ ਲੈਂਦੇ ਨੇ ਜੀ ਬੱਚਿਆਂ ਨੂੰ ਵਲੰਟੀਅਰ ਵਰਕ ਦਾ, ਉਹ ਅਸੀਂ ਵਲੰਟੀਅਰ ਵਰਕ ਦਾ ਟਾਈਮ ਵੀ ਦੇ ਦੇਵਾਂਗੇ। hours, how many hours they put in। ਦੇਖੋ ਜੀ, ਇਵੈਂਟ ਜਦੋਂ ਹੁੰਦੀ ਹੈ ਜਿੱਥੇ ਆਪਾਂ ਕੰਪੀਟੀਸ਼ਨ ਦੀ ਗੱਲ ਕਰ ਰਹੇ ਹਾਂ, ਉੱਥੇ ਜਿਹੜੇ ਵੀ ਇਹ ਸਾਡਾ ਬਹੁਤ ਸਾਰਾ ਮੀਡੀਆ ਜਿਹੜਾ ਹੈ ਜੀ, ਉਹ ਇਸ ਦੇ ਵਿੱਚ ਸਾਨੂੰ ਸਹਿਯੋਗ ਦਿੰਦਾ। ਅਸੀਂ ਉਹਨਾਂ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ। ਔਰ ਖਾਸ ਤੌਰ ਦੇ ਉੱਤੇ ਜਿਹੜੇ ਪੋਸਟਰ ਔਰ ਜਿਹੜੇ ਸਾਈਨ ਸਰਟੀਫਿਕੇਟ ਵਗੈਰਾ ਬਣਦੇ ਨੇ, ਉਹਦੇ ਲਈ ਪ੍ਰਿੰਟ ਸਕੁਐਡ ਦੇ ਪ੍ਰਿਤਪਾਲ ਸਿੰਘ ਸੰਧੂ ਹੋ ਰਹੀ, ਜੋ ਕਿ ਸਾਡੀ ਟੀਮ ਦੇ ਮੈਂਬਰ ਨੇ, ਉਹਨਾਂ ਦਾ ਵੀ ਬਹੁਤ ਸ਼ੁਕਰੀਆ, ਔਰ ਉਹਨਾਂ ਦੀ ਟੀਮ ਦਾ। ਸੋ ਜਿਹੜੀ ਹੈ ਟੋਰਾਂਟੋ ਆਟੋ ਸਪੋਰਟਸ ਕਲੱਬ, ਔਰ ਇਸ ਦੇ ਨਾਲ ਵੱਖ-ਵੱਖ ਜਿਹੜੇ ਸਾਡੇ ਭਾਈਚਾਰੇ ਦੇ ਵਿੱਚ ਬਿਜ਼ਨਸਮੈਨ ਭਰਾ ਨੇ, ਜਿਨ੍ਹਾਂ ਦੇ ਕਿ ਉੱਥੇ ਜਿਵੇਂ ਡਾਕਟਰ ਚੋਨ ਨੇ ਕਿਹਾ ਪੋਸਟਰਸ ਵਗੈਰਾ, ਔਰ ਅਸੀਂ ਉਹਨਾਂ ਦੇ ਬੈਨਰ ਵਗੈਰਾ ਲਗਾਵਾਂਗੇ। ਐਗਜ਼ੀਬਿਸ਼ਨ ਵੀ ਉੱਥੇ ਹਰ ਸਾਲ ਦੀ ਤਰ੍ਹਾਂ ਉਮੀਦ ਹੈ ਕਿ ਲਗਾਈ ਜਾਏਗੀ। ਔਰ ਗੁਰੂ ਨਾਨਕ ਕਮਿਊਨਿਟੀ ਸਰਵਿਸ ਫਾਊਂਡੇਸ਼ਨ ਦੀ 23ਵੀਂ 23rd ਕਾਰ ਰੈਲੀ ਹੈ ਜੀ। ਇੱਕ ਸਾਲ ਕਾਰ ਰੈਲੀ ਨਹੀਂ ਹੋ ਸਕੀ ਸੀ ਕੋਵਿਡ ਕਰਕੇ, 2020 ਦੇ ਵਿੱਚ ਸ਼ਾਇਦ ਨਹੀਂ ਹੋ ਸਕੀ ਸੀ। 21 ਦੇ ਵਿੱਚ ਅਸੀਂ ਸਿਰਫ ਉਹ ਲਿਮਿਟਡ ਰਿਸਟ੍ਰਿਕਸ਼ਨਸ ਦੇ ਨਾਲ ਕੀਤੀ ਸੀ, ਜਿੰਨੇ ਬੰਦੇ ਅਲਾਉਡ ਸੀਗੇ ਉੱਥੇ। ਸੋ ਇਸ ਵਾਰ ਦੀ ਜਿਹੜੀ ਕਾਰ ਰੈਲੀ ਹੈ, ਮੇਰੇ ਖਿਆਲ 'ਚ ਗੱਜ ਵੱਜ ਕੇ ਸਾਰੇ ਆਉਣ ਔਰ ਇਸ ਕਾਰ ਰੈਲੀ ਦਾ ਹਿੱਸਾ ਬਣਨ, ਔਰ ਜਿੱਥੇ ਆਪਣੇ ਪਰਿਵਾਰਾਂ ਦੇ ਨਾਲ, ਬੱਚਿਆਂ ਦੇ ਨਾਲ ਖੇਡਾਂ ਔਰ ਖਾਣ ਪੀਣ ਦਾ ਤੁਹਾਡੇ ਲਈ ਪ੍ਰਬੰਧ ਹੋਏਗਾ, ਉੱਥੇ ਤੁਹਾਡੇ ਮਨੋਰੰਜਨ ਦਾ ਖਾਸ ਖਿਆਲ ਰੱਖਿਆ ਜਾਏਗਾ।
ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀਆਂ ਐਕਟੀਵਿਟੀਜ਼ ਹੋਣਗੀਆਂ। ਔਰ ਅਸੀਂ ਅਖੀਰ ਦੇ ਵਿੱਚ ਮੇਰੇ ਖਿਆਲ 'ਚ ਆਪਾਂ ਫਿਰ ਬੇਨਤੀ ਸੱਦਾ ਇੱਕ ਵਾਰੀ ਫਿਰ ਦੇ ਦਿਓ ਡਾਕਟਰ ਕੁਲਦੀਪ ਚੌਂਦੀ। ਹਾਂਜੀ, ਮੈਂ ਇੱਕ ਵਾਰੀ ਸਾਰਿਆਂ ਨੂੰ ਦੁਬਾਰਾ ਸੱਦਾ ਦਿੰਦੀ ਹਾਂ। 23ਵੀਂ ਸਾਡੀ ਰੈਲੀ ਹੈਗੀ ਆ, ਕਾਰ ਰੈਲੀ ਐਂਡ ਫੈਮਿਲੀ ਪਿਕਨਿਕ। ਇਹਦੇ ਵਾਸਤੇ ਤੁਸੀਂ ਸਾਰੇ ਪਹੁੰਚੋ, ਵਿਦ ਫੈਮਿਲੀ ਪਹੁੰਚੋ, ਬੱਚਿਆਂ ਦੇ ਨਾਲ ਜਿਹੜੇ ਰਿਸ਼ਤੇਦਾਰ ਹੈ ਉਹਨਾਂ ਨੂੰ ਵੀ ਸੱਦੋ, ਨਾਲੇ ਤਾਂ ਪਾਰਟਿਸਿਪੇਟ ਕਰੋ, ਰਜਿਸਟਰ ਕਰੋ ਆਪਣੀ ਕਾਰ ਤੇ ਨਾਲੇ ਪਿਕਨਿਕ ਇੰਜੋਏ ਕਰੋ। ਐਡਰੈਸ ਤੁਹਾਨੂੰ ਦੱਸ ਦਿੰਨੀ ਆ, ਇਹ ਸੰਡੇ ਨੂੰ ਹੈ, ਡੇਟ 25 ਸੈਪਟੈਂਬਰ ਤੇ ਪੌਲ ਕਾਫੀ ਪਾਰਕ ਜਿਹੜਾ ਆਪਣਾ 3430 ਡੈਰੀ ਰੋਡ ਈਸਟ ਮਿਸੀਸਾਗਾ ਤੇ ਹੈਗਾ। ਤੇ ਆਪਾਂ ਜਿੱਦਾਂ 11:30 ਤੋਂ ਲੈ ਕੇ 6 ਵਜੇ ਤੱਕ ਇਹ ਪ੍ਰੋਗਰਾਮ ਕਰ ਰਹੇ ਹੈਗੇ ਆ। ਇਵੈਂਟ ਹੈਗਾ, ਤੁਸੀਂ ਬਹੁਤ ਇੰਜੋਏ ਕਰੋਗੇ। ਯੂ ਮੋਸਟ ਵੈਲਕਮ, ਸਾਰੇ ਪਹੁੰਚੋ ਜੀ ਉੱਥੇ। ਥੈਂਕ ਯੂ। ਸੋ ਸੰਗਤ ਸਾਹਿਬ, ਤੁਸੀਂ ਵੀ ਇੱਕ ਵਾਰੀ ਲਾਸਟ ਇੱਕ ਸੈਂਟੈਂਸ 'ਚ। ਮੇਰੀ ਤਾਂ ਨਾਗਰਾ ਸਾਹਿਬ ਸਾਰੇ ਓਨਟਾਰੀਓ ਵਾਸੀਆਂ ਨੂੰ ਬੇਨਤੀ ਆ, ਨਹੀਂ ਬਾਹਰ ਵਾਲੇ ਵੀ ਆ ਜਾਣ ਜੀ, ਜਿਹੜੇ ਆ ਸਕਦੇ ਆ ਬਾਹਰ। ਮੈਂ ਸਮਝਦਾ ਕਿ ਬਹੁਤ ਸ਼ਾਰਟ ਪੀਰੀਅਡ ਹੈ, ਬਾਹਰਲਿਆਂ ਨੂੰ ਅਸੀਂ ਪਹਿਲਾਂ ਸੁਚੇਤ ਕੀਤਾ ਹੁੰਦਾ ਤਾਂ ਕਾਫੀ ਆ ਸਕਦੇ ਸੀਗੇ, ਪਰ ਘੱਟੋ ਘੱਟ ਅਸੀਂ। ਔਰ ਜਿਹੜੇ ਖਾਸ ਤੌਰ ਤੇ ਮੈਂ ਇਹ ਗੱਲ ਰਿਪੀਟ ਕਰਨੀ ਚਾਹੁੰਦਾ ਕਿ ਜਿਹੜੇ ਬੱਚਿਆਂ ਨੇ ਪਿਛਲੀ ਵਾਰੀ ਪਾਰਟਿਸਿਪੇਟ ਕੀਤਾ ਉਹ ਨਾਲ ਇੱਕ ਗਰੁੱਪ ਨੂੰ ਹੋਰ ਨਾਲ ਲੈ ਕੇ ਆਉਣ, ਤਾਂ ਕਿ ਇਹ ਪ੍ਰੋਗਰਾਮ ਜਿਹੜਾ ਹੈ ਇਹ ਪ੍ਰੋਗਰਾਮ ਸਾਡਾ ਸਹੀ ਮੈਨੇ ਚ ਕੁਆਟਰ ਫਾਈਨਲ ਹੈਗਾ। ਅਗਲੇ ਸਾਲ ਸਾਡਾ ਸੈਮੀਫਾਈਨਲ ਹੋਏਗਾ ਤੇ ਉਹ ਤੋਂ ਅਗਲੇ ਸਾਲ ਸਾਡਾ ਸਿਲਵਰ ਜੁਬਲੀ ਜਿਹੜਾ ਉਹ ਫਾਈਨਲ ਹੋਏਗਾ। ਸਿਲਵਰ ਜੁਬਲੀ ਦੀ ਤਿਆਰੀ ਅਸੀਂ ਕਰ ਰਹੇ ਹੈਗੇ ਆ ਤੇ ਇਸ ਕਰਕੇ ਸਾਨੂੰ ਸਾਰਾ ਸਹਿਯੋਗ ਦੀ ਲੋੜ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹਨਾਂ ਸ਼ਬਦਾਂ ਦੇ ਨਾਲ ਹੀ ਹੁਣ ਦਿਓ ਇਜਾਜ਼ਤ। ਹੈਲੋ ਕੈਨੇਡਾ ਦੇ ਵਿੱਚ ਔਰ ਗੁਰੂ ਨਾਨਕ ਕਮਿਊਨਿਟੀ ਸਰਵਿਸ ਫਾਊਂਡੇਸ਼ਨ ਦੀ 23ਵੀਂ ਗੁਰੂ ਨਾਨਕ ਕਾਰ ਰੈਲੀ ਦੇ ਵਿੱਚ ਹੋਮ ਹੁਮਾ ਕੇ ਪਹੁੰਚੋ। ਧੰਨਵਾਦ ਜੀ।